रूस ने पिछले दिन ही हमला किया। हमले तो बाद चर्चे चले कि उन्होंने बड़ी छेती ਜਿਹੜੇ ਨੇੜਲੇ ਇਲਾਕੇ ਨੇ ਬਾਰਡਰ ਦੇ ਅੰਦਰ ਜਦੋਂ ਟੈਂਕ ਬੜੇ ਨੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ। ਦੂਸਰੀ ਗੱਲ ਚੱਲੀ ਕਿ ਉਹ ਦੇਸ਼ ਦੀ ਰਾਜਧਾਨੀ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਕਦੋਂ ਵੜ ਜਾਣਗੇ। ਹੁਣ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਕੁਝ ਐਲਾਨ ਕਰ ਦਿੱਤੇ। ਨਾਟੋ ਦੇਸ਼ਾਂ ਦੀਆਂ ਫੌਜਾਂ ਕੀ ਕਰਦੀਆਂ ਉਹਦੇ ਸੰਬੰਧੀ ਚਰਚਾ ਹੈ, ਪਰ ਅੱਜ ਆਪਾਂ ਦੋ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਾਂਗੇ। ਪਹਿਲੀ ਗੱਲ ਕਿ ਸਾਨੂੰ ਭਾਰਤ ਦੇ ਨਾਲ ਸੰਬੰਧਿਤ ਲੋਕਾਂ ਨੂੰ ਬਹੁਤਾ ਕਰਕੇ ਇਸੇ ਗੱਲ ਦਾ ਫਿਕਰ ਹੈ ਕਿ ਸਾਡੇ ਤਕਰੀਬਨ 18,000 ਲੋਕ ਜਿਹੜੇ ਕਿ ਉਸ ਯੁੱਧ ਵਾਲੀ ਧਰਤੀ ਯੂਕਰੇਨ 'ਚ ਫਸੇ ਆ ਉਹ ਵਾਪਸ ਕਿਵੇਂ ਆਉਣਗੇ। 2 ਦਿਨ ਸਮਾਪਤ ਹੋ ਚੁੱਕੇ ਆ ਤੇ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਰੂਸ ਦੇ ਫੌਜੀ ਜਿਹੜੇ ਨੇ ਉਹ ਰਾਜਧਾਨੀ ਕੀਵ ਦੇ ਵਿੱਚ ਵੜ ਚੁੱਕੇ ਆ। ਇਹ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਕਹਿ ਦਿੱਤਾ। ਅਜੇ ਤੱਕ ਵੀ ਭਾਰਤ ਦੇ ਬਹੁਤ ਸਾਰੇ ਜਿਹੜੇ ਨੇ ਉਹ ਲੋਕ ਯੂਕਰੇਨ ਦੇ ਵੱਖ-ਵੱਖ ਥਾਵਾਂ ਦੇ ਉੱਤੇ ਫਸੇ ਹੋਏ ਨੇ। ਸਥਿਤੀ ਕੀ ਹੈ? ਲਗਾਤਾਰ ਮਿਜ਼ਾਈਲਾਂ ਸਿੱਟੀਆਂ ਜਾ ਰਹੀਆਂ, ਲਗਾਤਾਰ ਰੂਸ ਦੇ ਜਹਾਜ਼ ਜਿਹੜੇ ਨੇ ਉਹ ਬੰਬ ਵਰਸਾ ਰਹੇ ਨੇ, ਲਗਾਤਾਰ ਉਹਨਾਂ ਦੇ ਟੈਂਕ ਅੱਗੇ ਵਧ ਰਹੇ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਲੜਾਈ ਇੱਕ ਪਾਸੜ ਬਣਦੀ ਜਾ ਰਹੀ ਹੈ। ਇੱਕ ਪਾਸੜ ਲੜਾਈ ਤੋਂ ਭਾਵ ਕਿ ਬਿਲਕੁਲ ਵੀ 1% ਵੀ ਨੁਕਸਾਨ ਰੂਸ ਵਾਲੇ ਪਾਸੇ ਨਹੀਂ ਹੈ। ਹਮਲਾ ਰੂਸ ਨੇ ਕੀਤਾ ਤੇ ਇਹ ਲੜਾਈ ਜਿਹੜੀ ਹੈ ਯੂਕਰੇਨ ਦੀ ਧਰਤੀ ਤੇ ਲੜੀ ਜਾ ਰਹੀ ਹੈ। ਹੁਣ ਰੂਸ ਦੀ ਧਰਤੀ ਤੇ ਤਾਂ ਲੜਾਈ ਨਹੀਂ ਲੜੀ ਜਾ ਰਹੀ, ਸਾਰੇ ਦਾ ਸਾਰਾ ਨੁਕਸਾਨ ਯੂਕਰੇਨ ਦਾ ਹੈ। ਤੇ ਸਭ ਤੋਂ ਅਹਿਮ ਗੱਲ ਜਿਹੜੀ ਹੈ ਉਹ ਇਹ ਹੈ ਕਿ ਅਜੇ ਤੱਕ ਇੱਕ ਵੀ ਦੇਸ਼ ਖੁੱਲ੍ਹ ਕੇ ਯੂਕਰੇਨ ਦੇ ਹੱਕ ਦੇ ਵਿੱਚ ਨਹੀਂ ਆਇਆ। ਹੁਣ ਜਦੋਂ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ, ਚਾਹੇ ਉਹ ਘਰ ਤੇ ਡਿੱਗਣ, ਚਾਹੇ ਫੌਜੀ ਟਿਕਾਣੇ ਤੇ ਡਿੱਗਣ, ਚਾਹੇ ਉਹ ਖੇਤਾਂ 'ਚ ਡਿੱਗਣ, ਚਾਹੇ ਉਹ ਸਕੂਲ ਤੇ ਡਿੱਗਣ, ਚਾਹੇ ਉਹ ਫੈਕਟਰੀ ਤੇ ਡਿੱਗਣ, ਚਾਹੇ ਉਹ ਹਵਾਈ ਪੱਟੀ ਤੇ ਡਿੱਗਣ, ਨੁਕਸਾਨ ਤਾਂ ਹੈ ਨਾ। ਜੇ ਜਾਨੀ ਨੁਕਸਾਨ ਨਹੀਂ ਵੀ ਹੈ ਤਾਂ ਮਾਲੀ ਨੁਕਸਾਨ ਹੈ। ਤੇ ਜਦੋਂ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਤਾਂ ਯੂਕਰੇਨ ਉਹਦੇ ਤੋਂ ਉੱਭਰੇਗਾ ਕਿਵੇਂ? ਇਹ ਬਹੁਤ ਵੱਡਾ ਸਵਾਲ ਹੈ। ਹੁਣ ਫੌਜ ਅੱਗੇ ਵਧ ਰਹੀ ਹੈ, ਮਿਜ਼ਾਈਲਾਂ ਲਗਾਤਾਰ ਡਿੱਗ ਰਹੀਆਂ, ਬੰਬ ਸੁੱਟੇ ਜਾ ਰਹੇ ਆ ਤੇ ਉਸ ਸਥਿਤੀ ਦੇ ਵਿੱਚ ਤੁਸੀਂ ਇਹ ਦੇਖੋ ਕਿ ਭਾਰਤ ਦੇ ਲਈ, ਪਾਕਿਸਤਾਨ ਦੇ ਲਈ, ਤੀਸਰੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਲਈ ਇਹ ਇੱਕ ਸਮਝਣ ਵਾਲੀ ਸਥਿਤੀ ਹੈ ਕਿ ਬਗਾਨੀ ਸ਼ਹਿ ਦੇ ਉੱਤੇ ਮੁੱਛਾਂ ਨਹੀਂ ਬਣਾਉਣੀਆਂ ਚਾਹੀਦੀਆਂ। ਅਸੀਂ ਰੂਸ ਦੇ ਹਮਲੇ ਨੂੰ ਸਹੀ ਨਹੀਂ ਕਹਿੰਦੇ, ਇਹ ਲੜਾਈ ਲੱਗਣੀ ਨਹੀਂ ਸੀ ਚਾਹੀਦੀ, ਪਰ ਅੱਜ ਯੂਕਰੇਨ ਦੇ ਰਾਸ਼ਟਰਪਤੀ ਕਹਿ ਕੀ ਰਹੇ ਆ? ਉਹ ਕਹਿੰਦੇ ਜੀ 70-72 ਘੰਟੇ ਹੋਰ ਲੱਗਣੇ ਆ, ਰੂਸ ਵਾਲਿਆਂ ਨੇ ਆ ਜਾਣਾ, ਸਾਰਾ ਦੇਸ਼ ਕਬਜ਼ੇ 'ਚ ਲੈ ਲੈਣਾ, ਰਾਜਧਾਨੀ ਕਬਜ਼ੇ 'ਚ ਹੋਏਗੀ, ਮੈਨੂੰ ਉਹ ਲੱਭ ਰਿਹਾ, ਮੈਂ ਪਹਿਲਾ ਨਿਸ਼ਾਨਾ ਹੋਊਂਗਾ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਪੁਤਿਨ ਸਾਹਿਬ ਨੂੰ, ਵਲਾਦੀਮੀਰ ਪੁਤਿਨ ਜਿਹੜੇ ਕਿ ਰੂਸ ਦੇ ਰਾਸ਼ਟਰਪਤੀ ਨੇ, ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਪਰ ਰੂਸ ਦੇ ਵਿਦੇਸ਼ ਮੰਤਰੀ ਹੋਰੀ ਕਹਿੰਦੇ ਪਹਿਲਾਂ ਹਥਿਆਰ ਸੁੱਟੋ, ਪਹਿਲਾਂ ਤੁਹਾਡੀ ਫੌਜ ਹਾਰ ਕਬੂਲ ਕਰੇ, ਗੱਲਬਾਤ ਹੁਣ ਤੁਹਾਡੇ ਨਾਲ ਫੇਰ ਕਰਾਂਗੇ। ਹੁਣ ਇਹਦੇ ਵਿੱਚ ਰੂਸ ਦੀ ਆਕੜ ਹੈ ਜਾਂ ਕੁਝ ਹੋਰ ਹੈ, ਉਹ ਇੱਕ ਵੱਖਰੀ ਗੱਲ ਹੈ। ਪਰ ਨਾਲ ਦੀ ਨਾਲ ਮੈਂ ਫੇਰ ਕਹਿੰਦਾ ਕਿ ਭਾਰਤ, ਪਾਕਿਸਤਾਨ ਜਾਂ ਦੁਨੀਆ ਦਾ ਕੋਈ ਵੀ ਉਹ ਮੁਲਕ ਜਿਹੜਾ ਕਿ ਅਜੇ ਵਿਕਾਸਸ਼ੀਲ ਹੈ, ਜਿਹੜਾ ਕਿ ਅਜੇ ਦੁਨੀਆ ਦੀ ਵੱਡੀ ਤਾਕਤ ਨਹੀਂ ਬਣਿਆ, ਉਹਦੇ ਲਈ ਯੂਕਰੇਨ ਦੇ ਰਾਸ਼ਟਰਪਤੀ ਦਾ ਇੱਕ ਬਿਆਨ ਬਹੁਤ ਗੌਲਣਯੋਗ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਕੱਲੇ ਪੈ ਗਏ ਹਾਂ, ਸਾਡੇ ਨਾਲ ਨਹੀਂ ਕੋਈ, ਰੂਸ ਵਾਲੇ ਅੱਗੇ ਵਧੀ ਆਉਂਦੇ ਆ, ਸਾਡੇ ਨਾਲ ਆ ਕੇ ਖੜੋਵੋ, ਅਸੀਂ ਇਕੱਲੇ ਹਾਂ, ਕੋਈ ਵੀ ਸਾਡੀ ਮਦਦ ਦੇ ਲਈ ਨਹੀਂ ਆ ਰਿਹਾ। ਇਦਾਂ ਦੀ ਭਾਵਨਾ ਪ੍ਰਗਟ ਕੀਤੀ ਹੈ ਯੂਕਰੇਨ ਦੇ ਰਾਸ਼ਟਰਪਤੀ ਨੇ। ਜਿਹੜੇ ਪਹਿਲਾਂ ਉਹਨਾਂ ਦੇ ਹੱਕ 'ਚ ਵੜਕਾ ਮਾਰਦੇ ਸੀ, ਅੱਜ ਕੋਈ ਵੀ ਨਹੀਂ ਆ ਰਿਹਾ, ਕਿਉਂਕਿ ਨੁਕਸਾਨ ਜੇ ਹੋਇਆ ਤੇ ਸਾਰੇ ਮਸਲੇ 'ਚ ਯੂਕਰੇਨ ਦਾ ਹੋਇਆ ਨਾ, ਕਿਸੇ ਹੋਰ ਦਾ ਤਾਂ ਹੋਇਆ ਹੀ ਨਾ। ਇਸ ਕਰਕੇ ਸਾਰੇ ਦੇਸ਼ਾਂ ਨੂੰ, ਜਿਹੜੇ ਕਿ ਛੋਟੇ ਦੇਸ਼ ਨੇ, ਖਾਸ ਤੌਰ ਦੇ ਉੱਤੇ ਵੱਡੇ ਮੁਲਕ ਜਦੋਂ ਆ ਕੇ ਕਹਿੰਦੇ ਹੁੰਦੇ ਲੈ ਤੁਹਾਡੇ ਹੱਕ 'ਚ ਖੜੇ ਆ, ਗੱਲ ਹੀ ਕੋਈ ਨਹੀਂ, ਘਬਰਾਉਣਾ ਨਹੀਂ। ਸੋ ਅੱਜ ਜੋ ਹਾਲਾਤ ਯੂਕਰੇਨ ਦੇ ਹੋਏ ਨੇ, ਉਹ ਇਕੱਲਾ ਰਹਿ ਗਿਆ, ਰੂਸ ਦੇ ਨਾਲ ਮੁਕਾਬਲਾ ਕਰਨ ਦੇ ਯੋਗ ਨਹੀਂ, ਨਾ ਸੈਨਾ ਦੇ ਪੱਖੋਂ, ਨਾ ਹਥਿਆਰਾਂ ਦੇ ਪੱਖੋਂ, ਨਾ ਸਾਧਨਾਂ ਦੇ ਪੱਖੋਂ, ਨਾ ਪੈਸਿਆਂ ਦੇ ਪੱਖੋਂ, ਨਾ ਖੇਤਰਫਲ ਦੇ ਪੱਖੋਂ। ਤੇ ਕਿਤੇ ਕਿਸੇ ਹੋਰ ਮੁਲਕ ਦੀ ਹੋਣੀ ਇਦਾਂ ਦੀ ਨਾ ਹੋਵੇ, ਇਹ ਵੀ ਸਾਨੂੰ ਸੋਚਣਾ ਵਿਚਾਰਨਾ ਪਊਗਾ। ਤੇ ਨਾਲ ਦੀ ਨਾਲ ਇਹ ਵੀ ਗੱਲ ਬੜੀ ਕਲੀਅਰ ਹੈ ਕਿ ਯੂਰਪ ਦੇ ਵਿੱਚ ਵੀ ਦੋ ਧੜੇ ਬਣ ਗਏ ਆ, ਕਿਉਂਕਿ ਯੂਰਪ ਦੇ ਬਹੁਤੇ ਦੇਸ਼ ਨੈਟੋ ਦੇ ਮੈਂਬਰ ਨੇ, ਅਮਰੀਕਾ ਉਹਨਾਂ ਦੀ ਸਪੋਰਟ ਕਰਦਾ ਹੈ। ਹੁਣ ਯੂਰਪ ਦੇ ਵਿੱਚੋਂ ਕੁਝ ਦੇਸ਼ ਤਾਂ ਇੰਗਲੈਂਡ ਵਰਗੇ ਇਦਾਂ ਦੇ ਨੇ ਜਿਹੜੇ ਠੋਕ ਵਜਾ ਕੇ ਕਹਿ ਰਿਹਾ ਕਿ ਅਸੀਂ ਰੂਸ ਤੇ ਪਾਬੰਦੀਆਂ ਲਾਵਾਂਗੇ, ਰੂਸ ਨੇ ਗਲਤ ਕੀਤਾ, ਇਦਾਂ ਨਹੀਂ ਕਰਨਾ ਚਾਹੀਦਾ, ਰੂਸ ਨੂੰ ਸਬਕ ਸਿਖਾਵਾਂਗੇ, ਯੂਐਸ ਵੀ ਕਹਿੰਦਾ। ਪਰ ਯੂਰਪ ਦੇ ਵਿੱਚੋਂ ਹੀ ਫਰਾਂਸ ਦੇ ਮੁਖੀਆ
ਉਹ ਪੁਤਿਨ ਸਾਹਿਬ ਦੇ ਨਾਲ ਟੈਲੀਫੋਨ ਤੇ ਗੱਲ ਕਰਦੇ ਆ। ਜਰਮਨੀ ਕਿਉਂਕਿ ਉਹਦੇ ਵਿੱਤੀ ਤੌਰ ਤੇ ਆਰਥਿਕ ਤੌਰ ਤੇ ਹਿੱਤ ਜਿਹੜੇ ਆ ਉਹ ਬਾਕੀ ਦੇਸ਼ਾਂ ਦੇ ਮੁਕਾਬਲੇ ਕਿਸੇ ਹੋਰ ਤਰੀਕੇ ਦੇ ਨਾਲ ਇਸ ਖਿੱਤੇ 'ਚ ਜੁੜੇ ਆ, ਯੂਕਰੇਨ ਤੇ ਰੂਸ ਵਾਲੇ ਪਾਸੇ ਉਹ ਵੀ ਥੋੜੀ ਜਿਹੀ ਵੱਖਰੀ ਸੁਰ ਰੱਖਦਾ। ਨਾ ਫਰਾਂਸ ਨਾ ਜਰਮਨੀ ਇਸ ਹਮਲੇ ਦੀ ਮਦਦ ਨਹੀਂ ਕਰਦੇ, ਸਪੋਰਟ ਨਹੀਂ ਕਰ ਰਿਹਾ, ਪਰ ਉਹ ਕਿਸੇ ਨਾ ਕਿਸੇ ਤਰੀਕੇ ਹੋਰ ਢੰਗ ਦੇ ਨਾਲ ਇਹ ਮਸਲਾ ਸੁਲਝਾਉਣਾ ਚਾਹੁੰਦੇ ਆ। ਇਸ ਕਰਕੇ ਬਹੁਤੀ ਜ਼ਿਆਦਾ ਸਿੱਧੀ ਕਿਸੇ ਵੀ ਤਰੀਕੇ ਦੀ ਮਦਦ ਯੂਕਰੇਨ ਨੂੰ ਅਜੇ ਤੱਕ ਮਿਲ ਨਹੀਂ ਸਕੀ। ਹਾਲਾਤ ਇੱਕ ਪਾਸੇ ਤਾਂ ਸਾਡੇ ਨੇ ਕਿ ਭਾਰਤੀ ਲੋਕ ਉੱਥੋਂ ਬਾਹਰ ਨਿਕਲਣ। ਅੱਜ ਮੈਂਬਰ ਪਾਰਲੀਮੈਂਟ ਸੰਗਰੂਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਸੂਬੇ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਨੇ ਇੱਕ ਟੈਲੀਫੋਨ ਨੰਬਰ ਜਾਰੀ ਕੀਤਾ ਕਿ ਜਿਹੜਾ ਵੀ ਕੋਈ ਪਰਿਵਾਰ ਦਾ ਮੈਂਬਰ ਫਸਿਆ ਹੋਇਆ ਯੂਕਰੇਨ 'ਚ ਉਹ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੇ। ਅਸੀਂ ਸਰਕਾਰ ਦੇ ਰਾਹੀਂ ਛੇਤੀ ਤੋਂ ਛੇਤੀ ਉਹਨੂੰ ਯੂਕਰੇਨ ਦੇ ਵਿੱਚੋਂ ਬਾਹਰ ਕਢਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਨੰਬਰ ਬੋਲ ਦੇਣਾ 98778 47778 98778 47778। ਹੁਣ ਇਹਦੇ ਤੇ ਭਗਵੰਤ ਮਾਨ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ, ਪਰ ਤਾਂ ਜੇ ਕਿਸੇ ਦਾ ਪਰਿਵਾਰ ਦਾ ਮੈਂਬਰ ਉਧਰਲੇ ਪਾਸੇ ਫਸਿਆ। ਇਸੇ ਤਰੀਕੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਵੀ ਕਿਹਾ। ਹੁਣ ਤੁਸੀਂ ਦੇਖੋ, ਅਸੀਂ ਖਬਰ ਸੁਣਦੇ ਆ, ਚੁੱਪ ਕਰ ਜਾਂਦੇ ਆ, ਪਰ ਹਾਲਾਤ ਕੀ ਨੇ? ਸਾਡੇ ਬੱਚੇ ਜਿਹੜੇ ਉੱਥੇ ਪੜ੍ਹਨ ਗਏ ਆ, ਛੇਤੀ ਉੱਥੋਂ ਕੱਢ ਲੈ ਜਾਂਦੇ ਤਾਂ ਬਹੁਤ ਚੰਗਾ ਸੀ। ਹੁਣ ਕੀਵ ਜਿਹੜਾ ਕਿ ਅੰਤਰਰਾਸ਼ਟਰੀ ਹਵਾਈ ਅੱਡਾ, ਆਪਾਂ ਕੱਲ ਵੀ ਗੱਲ ਕੀਤੀ ਸੀ, ਉੱਥੋਂ ਫਲਾਈਟਾਂ ਉੱਡ ਰਹੀਆਂ ਸੀ। ਪਹਿਲੀ ਗੱਲ ਹੈ ਕਿ ਟਿਕਟ ਇੰਨੀ ਮਹਿੰਗੀ ਕਿਉਂ? ਜਿਹੜੇ ਕੁਝ ਬੱਚੇ ਸਾਡੇ ਉੱਥੋਂ ਵਾਪਸ ਵੀ ਆਏ ਆ, ਕਾਮੇ ਵਾਪਸ ਆਏ ਆ, 3-3 ਗੁਣਾ ਮਹਿੰਗੀ ਟਿਕਟ ਲੈ ਕੇ ਆਏ ਆ। ਇੱਕ ਤਾਂ ਲੜਾਈ ਲੱਗੀ ਹੈ, ਕਸੂਤੇ ਫਸੇ ਆ। ਇੰਨਾ ਕੁ ਪ੍ਰਬੰਧ ਕਰਨਾ ਚਾਹੀਦਾ ਸੀ ਕਿ ਭਾਈ ਜਿੰਨੀ ਕੁ ਰੀਜ਼ਨੇਬਲ ਟਿਕਟ ਹੈ, ਜਿੰਨੀ ਕੁ ਸਧਾਰਨ ਸਮੇਂ 'ਚ ਹੁੰਦੀ ਹੈ, ਉਸੇ ਕਿਰਾਏ ਦੇ ਉੱਤੇ ਉਹਨਾਂ ਨੂੰ ਵਾਪਸ ਲਿਆਉਂਦੇ। ਦੂਸਰਾ, ਦੇਰੀ ਕਰ ਦਿੱਤੀ, ਚਲੋ ਕੋਈ ਨਹੀਂ। ਤੀਸਰਾ, ਹੁਣ ਬਹੁਤ ਸਾਰੇ ਬੱਚੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਰਹੇ ਨੇ ਯੂਕਰੇਨ ਦੇ ਵੱਖ-ਵੱਖ ਹਿੱਸਿਆਂ 'ਚੋਂ, ਉਹ ਕਹਿ ਰਿਹਾ ਜੀ ਸਾਨੂੰ ਸੁਨੇਹੇ ਮਿਲ ਰਹੇ ਆ ਕਿ ਤੁਸੀਂ ਐ ਕਰੋ, ਯੂਕਰੇਨ ਦੇ ਨਾਲ ਇੱਕ ਪਾਸੇ ਰੂਸ ਲੱਗਦਾ, ਦੂਜੇ ਪਾਸੇ ਪੋਲੈਂਡ, ਸਲੋਵਾਕੀਆ, ਹੰਗਰੀ ਇਦਾਂ ਦੇ ਦੇਸ਼ ਲੱਗਦੇ ਨੇ, ਕਿ ਤੁਸੀਂ ਬਾਰਡਰ ਤੇ ਆ ਜਾਓ। ਯਾਨੀ ਮੰਨ ਲਓ ਕਿ ਤੁਸੀਂ ਪੰਜਾਬ 'ਚ ਬੈਠੇ ਹੋ, ਤੁਸੀਂ ਅੰਮ੍ਰਿਤਸਰ ਬੈਠੇ ਹੋ, ਜਾਂ ਤੁਸੀਂ ਇਧਰਲੇ ਪਾਸੇ ਪਟਿਆਲੇ ਬੈਠੇ ਹੋ, ਲੜਾਈ ਲੱਗ ਜਾ, ਤੁਹਾਨੂੰ ਕਿਹਾ ਜਾਵੇ ਜੀ ਤੁਸੀਂ ਇਧਰਲੇ ਪਾਸੇ ਬਾਰਡਰ ਤੇ ਆ ਜਾਓ। ਹੁਣ ਉਹ ਬੱਚੇ ਕਹਿ ਰਹੇ ਕਿ ਸਭ ਤੋਂ ਵੱਡਾ ਸਵਾਲ ਹੈ ਕਿ ਅਸੀਂ ਉੱਥੇ ਤੱਕ ਪਹੁੰਚੀਏ ਕਿਵੇਂ? ਬੱਸਾਂ ਚੱਲਦੀਆਂ ਨਹੀਂ, ਰੇਲ ਸੇਵਾ ਚੱਲਦੀ ਨਹੀਂ, ਟੈਕਸੀਆਂ ਵਾਲਾ ਕੋਈ ਜਾਂਦਾ ਨਹੀਂ, ਟੈਂਕਾਂ ਦੇ ਗੁਜ਼ਰਨ ਕਰਕੇ, ਬੰਬ ਡਿੱਗਣ ਕਰਕੇ, ਮਿਜ਼ਾਈਲਾਂ ਲਗਾਤਾਰ ਡਿੱਗਣ ਕਰਕੇ ਸੜਕਾਂ ਤਬਾਹ ਹੋ ਗਈਆਂ, ਆਵਾਜਾਈ ਦਾ ਪ੍ਰਬੰਧ ਕੋਈ ਨਹੀਂ। ਇਹ ਗੱਲ ਠੀਕ ਹੈ। ਉਹ ਕਹਿੰਦੇ ਕਿ ਸਰਕਾਰ ਨੇ ਪੋਲੈਂਡ ਦੇ ਬਾਰਡਰ ਕੋਲ, ਹੰਗਰੀ ਦੇ ਬਾਰਡਰ ਕੋਲ ਜਾਂ ਸਲੋਵਾਕ ਦੇ ਬਾਰਡਰ ਦੇ ਕੋਲ ਕੈਂਪ ਲਾਤੇ ਹੋਣਗੇ ਕਿ ਤੁਸੀਂ ਇੱਕ ਵਾਰੀ ਬਾਰਡਰ ਪਾਰ ਕਰਕੇ ਆ ਜਾਓ, ਅਸੀਂ ਤੁਹਾਨੂੰ 에ਅਰਲਿਫਟ ਕਰਾ ਲਾਂਗੇ ਦੂਸਰੇ ਮੁਲਕ ਦੇ 에ਅਰਪੋਰਟ ਦੇ ਰਾਹੀਂ। ਪਰ ਬਹੁਤੇ ਬੱਚਿਆਂ ਦਾ ਸਵਾਲ ਇਹ ਹੈ ਕਿ ਪੈਸੇ ਟਕੇ ਦਾ ਵੀ ਔਖ ਹੈ, ਅਸੀਂ ਉਸ ਬਾਰਡਰ ਤੱਕ ਅੱਪੜੀਏ ਕਿਵੇਂ? ਤੁਸੀਂ ਮਹਿਸੂਸ ਕਰੋ ਕਿ ਲੋਕ ਭਾਰਤ 'ਚ ਬੈਠੇ ਨੇ, ਮੁੰਡੇ ਕੁੜੀਆਂ ਉਹਨਾਂ ਦੇ ਉਧਰਲੇ ਪਾਸੇ ਫਸੇ ਹੋਏ ਨੇ, ਜਵਾਨ ਕੁੜੀਆਂ ਨੇ ਕਈ, ਤੇ ਉਹਨਾਂ ਨੇ ਬਾਰਡਰ ਤੱਕ ਪਹੁੰਚਣਾ ਕਿਵੇਂ? ਇਹ ਜਾ ਨਹੀਂ ਸਕਦੇ। ਪ੍ਰਬੰਧ ਕੋਈ ਬਹੁਤਾ ਅੱਛਾ ਹੋ ਨਹੀਂ ਪਾ ਰਿਹਾ। ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੋਏਗੀ? ਇਹੀ ਬਾਕੀ ਸਾਰੇ ਦੁਨੀਆ ਦੇ ਲੋਕਾਂ ਦਾ ਹਾਲ ਹੈ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਯੂਕਰੇਨ ਦੇ ਵਿੱਚ ਫਸੇ ਆ। ਕੋਈ ਪਤਾ ਨਹੀਂ ਕਦੋਂ ਬੰਬ ਡਿੱਗ ਪੈਣਾ, ਕੋਈ ਪਤਾ ਨਹੀਂ ਕਦੋਂ ਤੋਪ ਦਾ ਗੋਲਾ ਆ ਜਾਣਾ। ਦੂਸਰੀ ਗੱਲ ਜਿਹੜੀ ਕਿ ਸਾਨੂੰ ਥੋੜਾ ਜਿਹਾ ਧਿਆਨ ਦੇ ਨਾਲ ਜਿਹੜਾ ਦੇਖਣਾ ਚਾਹੀਦਾ ਕਿ ਮੰਨ ਲਓ ਕਿ 18,000 ਭਾਰਤੀ ਵਾਪਸ ਆ ਗਏ, ਮੰਨ ਲਓ ਕਿ ਦੁਨੀਆ ਭਰ ਦੇ ਜਿਹੜੇ ਅੰਬੈਸੀਆਂ ਦੇ ਵਿੱਚ ਕੰਮ ਕਰਦੇ ਲੋਕ ਨੇ ਉਹ ਆਪੋ ਆਪਣੇ ਮੁਲਕ ਵਾਪਸ ਚਲੇ ਗਏ, ਯੂਕਰੇਨ ਵਾਲੇ ਤਾਂ ਉੱਥੇ ਰਹਿ ਗਏ ਨਾ। ਹੁਣ ਯੂਕਰੇਨ ਵਾਲੇ ਤਾਂ ਉੱਥੇ ਹੀ ਰਹਿ ਗਏ ਹੋਣਗੇ। ਅਸੀਂ ਨਕਸ਼ਾ ਵੀ ਨਾਲ ਦੇ ਨਾਲ ਦਿਖਾਉਨੇ ਆ। ਜਿਹੜੇ ਯੂਕਰੇਨ ਦੇ ਲੱਖਾਂ ਲੋਕ ਨੇ, ਤੁਸੀਂ ਇਹ ਦੇਖੋ, ਹੁਣ ਫਿਰ ਇੱਕ ਵਾਰੀ ਇੱਕ ਪਾਸੇ ਰੂਸ ਹੈ, ਉਹਦੇ ਨਾਲ ਯੂਕਰੇਨ ਲੱਗਦਾ ਹੈ, ਸਲੋਵਾਕ ਦਾ ਬਾਰਡਰ ਹੈ, ਹੰਗਰੀ ਦਾ ਬਾਰਡਰ ਹੈ, ਪੋਲੈਂਡ ਦਾ ਬਾਰਡਰ ਹੈ। ਹੁਣ ਜਿਹੜਾ ਬੱਚਾ ਯੂਕਰੇਨ ਦੇ ਰਸ਼ੀਆ ਵਾਲੇ ਪਾਸੇ ਪੜ ਰਿਹਾ ਹੈ, ਉਹ ਪੋਲੈਂਡ ਦੇ ਬਾਰਡਰ ਤੱਕ ਕਿਵੇਂ ਪੁੱਜੇਗਾ? ਸਲੋਵਾਕੀਆ ਦੇ ਬਾਰਡਰ ਤੱਕ ਕਿਵੇਂ ਪੁੱਜੇਗਾ? ਹੰਗਰੀ ਜਾਂ ਰੋਮਾਨੀਆ ਦੇ ਬਾਰਡਰ ਤੱਕ ਕਿਵੇਂ ਪੁੱਜੇਗਾ? ਇਹ ਬਹੁਤ ਵੱਡਾ ਸਵਾਲ ਹੈ। ਹੁਣ ਇਹਦੇ ਤੋਂ ਬਾਅਦ ਯੂਕਰੇਨ ਦੇ ਲੋਕਾਂ ਦਾ ਕੀ ਬਣੂਗਾ? ਯੂਕਰੇਨ ਦੇ ਲੋਕਾਂ ਦਾ ਕੀ ਬਣੂਗਾ? ਇਹ ਬਹੁਤ ਵੱਡਾ ਸਵਾਲ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਅਸੀਂ ਬੜੀ ਛੇਤੀ ਹੁਣ ਠੀਕ ਦੇਖ ਲੈਣਾ ਹੈ, ਉਹ ਲੜਾਈ ਖਤਮ ਹੋ ਜਾਣੀ ਹੈ। ਪਰ ਇਹ ਲੜਾਈ ਜੇ ਅੱਜ ਵੀ ਖਤਮ ਹੋ ਗਈ ਨਾ, ਤੀਸਰੇ ਦਿਨ ਵੀ, ਫਿਰ ਵੀ ਐਸੇ ਜ਼ਖਮ ਇਸ ਲੜਾਈ ਨੇ ਛੱਡ ਜਾਣੇ ਆ। ਰੁਕਣੀ ਚਾਹੀਦੀ ਸੀ, ਰੁਕੀ ਨਹੀਂ। ਗਲਤੀ ਕਿਹਦੀ ਆ? ਹੌਲੀ ਹੌਲੀ ਚਿੰਤਕ ਲੱਭਣਗੇ। ਕੁਝ ਤਸਵੀਰਾਂ ਦਿਖਾਉਣੇ ਆ ਕਿ ਤਬਾਹੀ ਕਿੰਨੀ ਹੋਈ ਹੈ।
ਜਿੰਨੇ ਫੌਜੀ ਜਵਾਨ ਮਾਰੇ ਜਾਣਗੇ ਦੋਵਾਂ ਪਾਸਿਆਂ ਦੇ, ਉਹਨਾਂ ਦੇ ਪਰਿਵਾਰਾਂ ਨੂੰ ਉਹ ਜੀ ਤਾਂ ਨਹੀਂ ਲੱਭਣੇ। ਜੇ ਬੰਬ ਬਲਾਸਟ ਦੇ ਵਿੱਚ ਕੋਈ ਬੰਦਾ ਅੰਗਹੀਣ ਹੋ ਗਿਆ, ਉਹਨੂੰ ਅੰਗ ਤਾਂ ਨਹੀਂ ਦੁਬਾਰਾ ਲੱਭਣਾ। ਤੁਸੀਂ ਆ ਦੇਖੋ ਕਿ ਲੋਕ ਪ੍ਰੋਟੈਸਟ ਕਰ ਰਹੇ ਨੇ, ਰੂਸ ਦੇ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਹੈ, ਯੂਕਰੇਨ 'ਚ ਵੀ ਹੋ ਰਿਹਾ ਹੈ, ਦੁਨੀਆ ਭਰ 'ਚ ਹੋ ਰਿਹਾ ਕਿ ਭਾਈ ਇਹ ਲੜਾਈ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਪਰ ਤਬਾਹੀ ਆ ਤਬਾਹੀ ਹੋ ਰਹੀ ਹੈ ਲੋਕਾਂ ਦੇ ਘਰਾਂ ਦੇ ਉੱਤੇ। ਜਿੱਥੇ ਬਲਾਸਟ ਹੋ ਗਿਆ, ਧਮਾਕੇ ਹੋ ਗਏ, ਕਿੱਥੇ ਬਣਨੇ ਆ ਮੁੜ ਕੇ ਘਰ? ਇਕਨੋਮੀ ਢਹਿ ਢੇਰੀ ਹੋ ਗਈ, ਆ ਘਰ ਟਿੱਠੇ ਹੋਏ ਨੇ, ਸੜਕਾਂ ਕਿੱਥੋਂ ਬਣ ਗਈਆਂ? ਜਿਹਨਾਂ ਫੈਕਟਰੀਆਂ ਦੇ ਉੱਤੇ ਬੰਬ ਡਿੱਗ ਪਏ ਨੇ, ਉਹ ਫੈਕਟਰੀਆਂ ਕਦੋਂ ਦੁਬਾਰਾ ਸੁਰਜੀਤ ਹੋਣਗੀਆਂ? ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ਕਿੱਥੋਂ ਮਿਲੂਗਾ? ਆਹ ਹਾਲਾਤ ਹੋਏ ਪਏ ਨੇ। ਸਾਡੇ ਲਈ ਉਹ ਇੱਕ ਦੋ ਦੇਸ਼ਾਂ ਦੀ ਆਪਸੀ ਲੜਾਈ ਹੈ। ਜਦੋਂ ਕਿਤੇ ਖਬਰ ਆਉਂਦੀ ਹੈ, ਬੁਰਕੀ ਰੋਟੀ ਦੀ ਮੂੰਹ ਦੇ ਵਿੱਚ ਪਾ ਕੇ 2 ਮਿੰਟ ਦੇਖ ਲਈਦੀ ਹੈ, ਉਹਦੇ ਤੋਂ ਬਾਅਦ ਚਲੋ ਤੂੰ ਕੌਣ ਤੇ ਮੈਂ ਕੌਣ, ਅਗਲੀ ਖਬਰ ਸ਼ੁਰੂ ਹੋ ਜਾਂਦੀ ਹੈ। ਪੱਤਰਕਾਰਾਂ ਦੇ ਲਈ ਵੀ ਉਹ ਖਬਰ ਹੈ ਤੇ ਆਮ ਲੋਕਾਂ ਦੇ ਲਈ ਵੀ ਉਹ ਖਬਰ ਹੀ ਹੈ। ਸੋ ਆਹ ਤਬਾਹੀ ਦਾ ਮੰਜ਼ਰ ਹੈ ਸਿਰਫ 2 ਦਿਨਾਂ ਦੀ ਲੜਾਈ ਦੇ ਵਿੱਚ। ਤੇ ਆ ਬੱਚਿਆਂ ਦੇ ਹਾਲਾਤ ਨੇ, ਬੰਕਰਾਂ ਦੇ ਵਿੱਚ ਲੁਕੇ ਬੈਠੇ ਆ, ਮੈਟਰੋ ਸਟੇਸ਼ਨਾਂ ਦੇ ਵਿੱਚ ਬੈਠੇ ਆ, ਫੱਟੇ ਲਾ ਕੇ ਉੱਪਰ ਥੱਲੇ ਬੱਚੇ ਬਿਠਾਏ ਹੋਏ ਨੇ। ਸੁਰੱਖਿਆ ਤਾਂ ਕਰਨੀ ਹੈ। ਜਦੋਂ ਇਹਨਾਂ ਨੂੰ ਧਮਾਕਿਆਂ ਦੀ ਆਵਾਜ਼ ਸੁਣਦੀ ਹੋਏਗੀ, ਇਹਨਾਂ ਦੇ ਜ਼ਿਹਨ ਦੇ ਉੱਤੇ ਅਸਰ ਕੀ ਪੈਂਦੇ ਹੋਣਗੇ? ਹੁਣ ਇਹ ਪਤਾ ਨਹੀਂ ਕਿਹਦੀ ਧੌਣ ਦੇ ਵਿੱਚ ਸਰੀ ਹੈ, ਕਿਹੜੀਆਂ 2 ਮਹਾਸ਼ਕਤੀਆਂ ਦੀ ਲੜਾਈ ਹੈ, ਕਿਹੜੇ ਹਥਿਆਰਾਂ ਦੀ ਪ੍ਰਦਰਸ਼ਨੀ ਹੈ, ਕਿਹੜੇ ਹਥਿਆਰਾਂ ਦਾ ਪਰੀਖਣ ਕਰਕੇ ਦੇਖਣਾ ਹੈ, ਕਿੱਥੇ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਮਹਾਰਾਜ ਬਣਨ ਦੀ ਕੋਸ਼ਿਸ਼ ਹੈ। ਪਰ ਆਮ ਲੋਕ ਇਸ ਤਰੀਕੇ ਅਫਗਾਨਿਸਤਾਨ 'ਚ ਵੀ ਤੰਗ ਹੋਏ, ਸੀਰੀਆ 'ਚ ਵੀ ਹੋਏ, ਵੀਅਤਨਾਮ ਦੇ ਵਿੱਚ ਵੀ ਹੋਏ, ਇਰਾਕ ਦੇ ਵਿੱਚ ਵੀ ਹੋਏ, ਦੁਨੀਆ ਦੇ ਬੜੇ ਕੰਟਰੀ ਨੇ, ਹੋਰ ਲੀਬੀਆ ਦੇ ਵਿੱਚ ਵੀ ਹੋਏ। ਤੇ ਅੱਜ ਹਾਲਾਤ ਜਿਹੜੇ ਨੇ ਸਾਡੇ ਸਾਹਮਣੇ ਆ ਬਣੇ ਆ। ਇੱਕ ਤਾਂ ਭਾਰਤ ਦੇ ਲੋਕਾਂ ਦੇ ਵਾਪਸੀ ਦਾ ਮਸਲਾ ਹੈ, ਦੂਸਰਾ ਯੂਕਰੇਨ ਦੇ ਲੋਕਾਂ ਦਾ ਕੀ ਕਸੂਰ ਹੈ, ਉਹਨਾਂ ਦਾ ਮਸਲਾ ਹੈ, ਤੀਸਰੀ ਗੱਲ ਮੈਂ ਫੇਰ ਉੱਥੇ ਆਉਣਾ ਹੈ, ਬਗਾਨੀ ਸ਼ਹਿ ਦੇ ਉੱਤੇ ਮੁੱਛਾਂ ਨਹੀਂ ਮਨਾਉਣੀਆਂ ਚਾਹੀਦੀਆਂ। ਅੱਜ ਇੱਕ ਵੀ ਦੇਸ਼ ਦਾ ਨਾਂ ਲੈ ਦਿਓ ਜਿਹੜਾ ਠੋਕ ਵਜਾ ਕੇ ਕਹਿੰਦਾ ਕਿ ਅਸੀਂ ਯੂਕਰੇਨ ਦੇ ਨਾਲ ਖੜੇ ਹਾਂ। ਹਾਲਾਂਕਿ ਰੋਮਾਨੀਆ ਦਾ ਇੱਕ ਅੱਜ ਕਹਿੰਦੇ ਸ਼ਿਪ ਹੈ, ਉਹਦੇ ਉੱਤੇ ਵੀ ਧਮਾਕਾ ਹੋਇਆ। ਰੋਮਾਨੀਆ ਦੇ ਇੱਕ ਸ਼ਿਪ ਤੇ ਵੀ, ਤੇ ਉਹ ਨੈਟੋ ਦਾ ਮੈਂਬਰ ਹੈ। ਕੱਲ ਨੂੰ ਜੀ ਉਧਰਲੇ ਪਾਸੇ ਗੱਲ ਚਲੇ ਜਾ, ਮੈਂ ਹਲਕਾ ਜਿਹਾ ਸੰਕੇਤ ਦਿੰਨਾ ਕਿ ਯੂਕਰੇਨ ਨੈਟੋ ਦਾ ਮੈਂਬਰ ਨਹੀਂ ਸੀ, ਇਸ ਕਰਕੇ ਫੌਜਾਂ ਨਹੀਂ ਆਈਆਂ ਉਹਦੀ ਮਦਦ ਲਈ। ਪਰ ਅੱਜ ਪਤਾ ਲੱਗਿਆ ਕਿ ਰੋਮਾਨੀਆ ਦਾ ਇੱਕ ਸ਼ਿਪ ਜਿਹੜਾ ਹੈ ਉਹ ਕਾਲੇ ਸਾਗਰ ਦੇ ਵਿੱਚ ਉਹ ਵੀ ਧਮਾਕੇ ਦਾ ਸ਼ਿਕਾਰ ਹੋਇਆ। ਉਹਦਾ ਆਸਰਾ ਲੈ ਕੇ ਕੱਲ ਨੂੰ ਕੋਈ ਗੱਲ ਕਰਤੀ ਜਾਵੇ, ਵੱਖਰੀ ਗੱਲ ਹੈ। ਹੁਣ ਆਹ ਨਕਸ਼ਾ ਦੇਖਣਾ ਬਹੁਤ ਜ਼ਰੂਰੀ ਹੈ। ਬਿਲਕੁਲ ਡਰਨ ਦੀ ਲੋੜ ਨਹੀਂ, ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਪਰ ਭਵਿੱਖ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ। ਅੱਜ ਚੀਨ ਤੁਸੀਂ ਦੇਖੋ ਕਿ ਰੂਸ ਦੇ ਨਾਲ ਲੱਗਦਾ ਹੈ। ਚੀਨ ਨੇ ਪੂਰੀ ਮਦਦ ਕੀਤੀ ਹੈ ਰਸ਼ੀਆ ਦੀ, ਉਹ ਬਿਲਕੁਲ ਹੱਕ 'ਚ ਜਾ ਕੇ ਖੜਾ ਹੋਇਆ। ਜੇ ਰੂਸ ਨੇ ਹੁਣ ਯੂਕਰੇਨ ਤੇ ਹਮਲਾ ਕੀਤਾ ਤਾਂ ਚੀਨ ਨਾਲ ਖੜਾ ਹੈ। ਅਸੀਂ ਭਾਰਤ ਦੇ ਰੈਫਰੈਂਸ ਦੇ ਵਿੱਚ ਇਹਨੂੰ ਦੇਖ ਰਹੇ ਹਾਂ। ਹੁਣ ਚਾਈਨਾ ਦੇ ਹੇਠਲੇ ਪਾਸੇ ਦੇਖੋ ਤਾਈਵਾਨ ਲਿਖਿਆ ਹੋਇਆ, TAIWAN, ਤਾਈਵਾਨ। ਹੁਣ ਤਾਈਵਾਨ ਦੇ ਨਾਲ ਚੀਨ ਦਾ ਉਦਾਂ ਦਾ ਹੀ ਰੌਲਾ ਹੈ। ਚਾਈਨਾ ਕਹਿੰਦਾ ਕਿ ਤਾਈਵਾਨ ਸਾਡਾ ਹਿੱਸਾ ਹੈ, ਤਾਈਵਾਨ ਕਹਿੰਦਾ ਕਿ ਨਹੀਂ ਜੀ ਅਸੀਂ ਵੱਖਰੇ ਦੇਸ਼ ਹਾਂ। ਬਹੁਤ ਧਿਆਨ ਦੇ ਨਾਲ ਦੇਖਣ ਵਾਲੀ ਗੱਲ ਹੈ। ਉਹ ਤਾਈਵਾਨ ਦੇ ਇੱਕ ਪਾਸੇ ਜਾਪਾਨ ਹੈ, ਦੂਜੇ ਪਾਸੇ ਫਿਲੀਪਾਈਨਜ਼ ਹੈ, ਉੱਪਰਲੇ ਪਾਸੇ ਕੋਰੀਆ ਵੀ ਹੈ। ਚਾਈਨਾ ਨੇ ਪਿਛਲੇ 1 ਮਹੀਨੇ ਦੇ ਵਿੱਚ 12 ਵਾਰੀ ਆਪਣੇ ਜਹਾਜ਼ ਭੇਜੇ ਨੇ ਕਿ ਤਾਈਵਾਨ ਤੂੰ ਸਾਡਾ ਹਿੱਸਾ ਹੈ। ਤੇ ਤਾਈਵਾਨ ਦੇ ਵਿੱਚ ਅਮਰੀਕਾ ਦਾ ਜਿਹੜਾ ਫੌਜੀ ਅੱਡਾ ਵੀ ਹੈ। ਅਮਰੀਕਾ ਵਾਲੇ ਕਹਿੰਦੇ ਜੀ ਤਾਈਵਾਨ ਵੱਖਰਾ ਮੁਲਕ ਹੈ। ਜੇ ਚੀਨ ਨੇ ਇਧਰਲੇ ਪਾਸੇ ਦੇਖਿਆ ਤਾਂ ਫਿਰ ਦੇਖਿਓ, ਜਾਪਾਨ ਵੀ ਕਹਿੰਦਾ ਕਿ ਉਹ ਵੱਖਰਾ ਮੁਲਕ ਹੈ। ਜੇ ਅੱਜ ਰਸ਼ੀਆ ਦੁਆਰਾ ਯੂਕਰੇਨ ਤੇ ਕੀਤੇ ਗਏ ਹਮਲੇ ਨੂੰ ਚਾਈਨਾ ਸਪੋਰਟ ਕਰਦਾ ਹੈ ਤੇ ਭਲਕ ਨੂੰ ਜੇ ਚਾਈਨਾ ਇਹ ਕਹੇਗਾ ਕਿ ਭਾਈ ਅਸੀਂ ਤਾਈਵਾਨ ਤੇ ਕਬਜ਼ਾ ਕਰਨਾ, ਕਿਸੇ ਵੇਲੇ ਵੀ ਸੰਭਵ ਹੈ ਇਹ ਗੱਲ, ਤਾਂ ਫਿਰ ਰਸ਼ੀਆ ਉਹਦੀ ਸਪੋਰਟ ਕਰੂਗਾ ਨਾ, ਮਦਦ ਕਰੂਗਾ ਕਿ ਦੇਖੋ ਜੀ ਸਾਡੇ ਲਈ ਉਹ ਆਏ ਸੀ ਤੇ ਅਸੀਂ ਨਾਲ ਹੀ ਆ ਗਏ। ਕਿਉਂਕਿ ਵੈਸੇ ਵੀ ਚੀਨ ਦਾ ਤਾਈਵਾਨ ਦੇ ਵਿੱਚ ਪੰਗਾ ਅਮਰੀਕਾ ਦੇ ਨਾਲ ਹੈ ਤੇ ਰਸ਼ੀਆ ਤੇ ਅਮਰੀਕਾ ਦਾ ਉਧਰਲੇ ਪਾਸੇ ਪੰਗਾ ਹੈ। ਸੋ ਇਸ ਕਰਕੇ ਜੇ ਚਾਈਨਾ ਭਲਕ ਨੂੰ ਤਾਈਵਾਨ ਦੀ ਗੱਲ ਕਰੂਗਾ ਤੇ ਹੋ ਸਕਦਾ ਹੈ ਕਿ ਰਸ਼ੀਆ ਉਹਦੇ ਹੱਕ 'ਚ ਆਏ। ਦੂਸਰੀ ਗੱਲ, ਇਸੇ ਨਕਸ਼ੇ ਦੇ ਆਧਾਰ ਦੇ ਉੱਤੇ ਤੁਹਾਨੂੰ ਯਾਦ ਹੋਣਾ ਕਿ ਚਾਈਨਾ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਇਧਰਲੇ ਪਾਸੇ ਅਰੁਣਾਚਲ ਪ੍ਰਦੇਸ਼, ਇਹ ਭਾਰਤ ਦੇ 3 ਸੂਬੇ ਨੇ। ਇਹਨਾਂ ਸੂਬਿਆਂ ਦੇ ਵਿੱਚੋਂ ਕਈ ਇਲਾਕਿਆਂ ਤੇ ਆਪਣਾ ਹੱਕ ਜਤਾਉਂਦਾ ਹੈ ਕਿ ਅਰੁਣਾਚਲ ਸਾਡਾ ਹੈ। ਤੁਹਾਨੂੰ ਯਾਦ ਹੀ ਹੋਣਾ ਪਿਛਲੇ ਦਿਨਾਂ ਦੇ ਵਿੱਚ ਵੀ ਰੌਲਾ ਰੱਪਾ ਪਿਆ ਸੀ, ਉਹਨੇ ਆਪਣੇ ਪਿੰਡ ਵਸਾ ਲਏ। ਜਿੱਦਾਂ ਅੱਜ ਚਾਈਨਾ ਕਹਿੰਦਾ ਜੀ ਤਾਈਵਾਨ ਸਾਡਾ ਹੈ, ਉਹ ਭਾਰਤ ਦੇ ਇੱਕ ਸੂਬੇ ਦੇ ਉੱਤੇ ਵੀ ਆਪਣਾ ਦਾਅਵਾ ਕਰਦਾ। ਅਸੀਂ ਨਹੀਂ ਕਹਿੰਦੇ ਕਿ ਸਮੱਸਿਆ ਕੋ ਖੜੀ ਹੋਣੀ ਹੈ, ਪਰ ਯੂਨਾਈਟਿਡ ਨੇਸ਼ਨਸ ਦੇ ਵਿੱਚ, ਸੰਯੁਕਤ ਰਾਸ਼ਟਰ ਦੇ ਵਿੱਚ ਕਿਸੇ ਵੇਲੇ ਵੀ ਇੱਕ ਮਤਾ ਆ ਸਕਦਾ ਹੈ ਰੂਸ ਦੇ ਖਿਲਾਫ। ਭਾਰਤ ਭਾਵੇਂ ਸਥਾਈ ਪਰਮਾਨੈਂਟ ਮੈਂਬਰ ਨਹੀਂ, ਭਾਰਤ ਦੇ ਕੋਲ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੋਈ ਵੱਡੀ ਪਾਵਰ ਨਹੀਂ,
ਪਰ ਭਾਰਤ ਨੂੰ ਬਹੁਤ ਸੋਚ ਸਮਝ ਕੇ ਚੱਲਣਾ ਪਊਗਾ। ਜੇ ਅਮਰੀਕਾ ਮਤਾ ਲਿਆਉਂਦਾ ਹੈ, ਭਾਰਤ ਜੇ ਚੁੱਪ ਕਰਕੇ ਰਹਿੰਦਾ ਤਾਂ ਗੱਲ ਵੱਖਰੀ ਹੈ, ਪਰ ਜੇ ਭਾਰਤ ਮਤੇ ਦੇ ਹੱਕ ਦੇ ਵਿੱਚ ਜਾਂਦਾ ਤਾਂ ਰੂਸ ਖਿਲਾਫ ਹੋ ਜੂ ਭਾਰਤ ਦੇ, ਜੇ ਮਤੇ ਦੇ ਵਿਰੋਧ ਦੇ ਵਿੱਚ ਜਾਂਦਾ ਤੇ ਅਮਰੀਕਾ ਖਿਲਾਫ ਹੋ ਜੂ। ਇਸ ਕਰਕੇ ਭਾਰਤ ਦੇ ਲਈ ਇਸ ਵੇਲੇ ਬਹੁਤ ਸੋਚ ਸਮਝ ਕੇ ਚੱਲਣ ਦੀ ਲੋੜ ਹੈ, ਕਿਉਂਕਿ ਜੇ ਕਿਤੇ ਭਾਰਤ ਅਮਰੀਕਾ ਵਾਲੇ ਪਾਸੇ ਉਲਾਰ ਹੋਇਆ ਤਾਂ ਤੁਸੀਂ ਫਿਰ ਦੇਖੋ ਹਾਲਾਤ ਕੀ ਹੋਣਗੇ ਭਾਰਤੀ ਖਿੱਤੇ ਦੇ। ਹਾਲਾਂਕਿ ਸਰਕਾਰਾਂ ਸਮਝਦਾਰ ਹੁੰਦੀਆਂ, ਰੂਸ ਤੇ ਚੀਨ ਇੱਕ ਪਾਸੇ ਹੋਣਗੇ, ਫਿਰ ਤੁਸੀਂ ਦੇਖੋ ਭਾਰਤ ਦੇ ਇੱਕ ਪਾਸੇ ਪਾਕਿਸਤਾਨ ਹੈ ਤੇ ਅੱਜਕੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰੂਸ ਨੇ। ਚੀਨ ਦੇ ਨਾਲ ਸੰਬੰਧ ਕਿੱਦਾਂ ਦੇ ਹੈ? ਅਫਗਾਨਿਸਤਾਨ ਹੈ ਪਾਕਿਸਤਾਨ ਤੋਂ ਉੱਪਰ, ਅਫਗਾਨਿਸਤਾਨ ਦੇ ਵਿੱਚ ਜਿਹੜੀ ਤਾਲਿਬਾਨ ਸਰਕਾਰ ਹੈ ਉਹ ਚੀਨ ਦੇ ਨਾਲ ਇਕਜੁੱਟ ਹੋ ਕੇ ਚੱਲ ਰਹੀ ਹੈ। ਭਾਰਤ ਦੇ ਉੱਪਰਲੇ ਪਾਸੇ ਨੇਪਾਲ ਹੈ, ਨੇਪਾਲ ਦੇ ਉੱਤੇ ਅੱਜਕੱਲ ਚਾਈਨਾ ਦਾ ਗਲਬਾ ਹੈ। ਭਾਰਤ ਦੇ ਇੱਕ ਪਾਸੇ ਬੰਗਲਾਦੇਸ਼ ਹੈ, ਬੰਗਲਾਦੇਸ਼ ਦੇ ਵਿੱਚ ਕਿੰਨੇ ਪ੍ਰੋਜੈਕਟ ਚਾਈਨਾ ਨੇ ਨਵੇਂ ਲੈਣ ਦੇ ਤੇ ਬੰਗਲਾਦੇਸ਼ ਤਕਰੀਬਨ ਗੋਡੇ ਟੇਕ ਚੁੱਕਿਆ ਉਹਨਾਂ ਦੇ ਮੂਹਰੇ। ਭਾਰਤ ਦੇ ਹੇਠਲੇ ਪਾਸੇ ਸ਼੍ਰੀਲੰਕਾ ਹੈ। ਸੋ ਇਸ ਵੇਲੇ ਭਾਵੇਂ ਮਸਲਾ ਯੂਕਰੇਨ ਤੇ ਰੂਸ ਦੀ ਜੰਗ ਦਾ ਹੈ, ਪਰ ਇਹਦੇ ਬਾਵਜੂਦ ਵੀ ਇੱਕ ਬਹੁਤ ਵੱਡੀ ਸਮੱਸਿਆ ਕੂਟਨੀਤਿਕ ਪੱਧਰ ਦੇ ਉੱਤੇ ਭਾਰਤ ਦੇ ਲਈ ਹੈ। ਕਿਸੇ ਨੂੰ ਡਰਨ, ਝਗੜਨ, ਘਬਰਾਉਣ ਦੀ ਲੋੜ ਨਹੀਂ ਕਿ ਖਰੇ ਡਰਨਾ ਨਾ, ਪਰ ਹਮੇਸ਼ਾ ਅਗਲੇ ਪਾਸੇ ਨੂੰ ਦੇਖ ਕੇ ਸਾਨੂੰ ਤੁਰਨਾ ਚਾਹੀਦਾ। ਸੋ ਲੜਾਈ ਰੂਸ ਤੇ ਯੂਕਰੇਨ ਦੀ ਹੈ, ਪਰ ਕਿਉਂਕਿ ਦੁਨੀਆ ਭਰ ਦੀ ਸਭ ਤੋਂ ਵੱਡੀ ਸੰਸਥਾ ਹੈ ਯੂਨਾਈਟਿਡ ਨੇਸ਼ਨਸ, ਸੰਯੁਕਤ ਰਾਸ਼ਟਰ ਦੇ ਵਿੱਚ ਜੇ ਮਤਾ ਆਉਂਦਾ ਹੈ ਕਿ ਯੂਕਰੇਨ ਦੇ ਉੱਤੇ ਰੂਸ ਨੇ ਹਮਲਾ ਗਲਤ ਕੀਤਾ ਹੈ, ਭਾਰਤ ਉਸ ਵੇਲੇ ਕੀ ਸਟੈਂਡ ਲੈਂਦਾ ਉਹ ਭਾਰਤ ਦੇ ਭਵਿੱਖ ਦੇ ਉੱਤੇ ਬਹੁਤ ਨਿਰਭਰ ਕਰੂ। ਮੈਂ ਇੱਕ ਵਾਰ ਫੇਰ ਦੁਹਰਾ ਦਿੰਦਾ ਕਿ ਚੀਨ ਸਾਡੇ ਕੁਝ ਇੱਕ ਇਲਾਕਿਆਂ ਦੇ ਉੱਤੇ ਆਪਣਾ ਅਧਿਕਾਰ ਦੱਸਦਾ ਹੈ ਕਿ ਭਾਈ ਇਹ ਸਾਡੇ ਨੇ, ਭਾਰਤ ਇਹਨਾਂ ਨੂੰ ਛੱਡੇ। ਸਾਡੇ ਕਿਸੇ ਵੱਡੇ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਜਾਣਾ ਹੋਵੇ ਨਾ ਤਾਂ ਇਤਰਾਜ਼ ਪ੍ਰਗਟ ਕਰਦਾ ਹੁੰਦਾ ਚੀਨ, ਹਾਲਾਂਕਿ ਉਹ ਇਲਾਕੇ ਸਾਡੇ ਨੇ 100%। ਇਹਦੇ ਬਾਵਜੂਦ ਵੀ ਬਹੁਤ ਜ਼ਰੂਰੀ ਹੈ ਕਿ ਭਾਰਤ ਤਟਸਥ ਰਹੇ, ਭਾਰਤ ਦੋਨਾਂ ਦੇਸ਼ਾਂ ਦੇ ਵਿਚਾਲੇ ਐਸੀ ਸਥਿਤੀ ਬਣਾ ਕੇ ਰੱਖੇ ਕਿ ਕੋਈ ਵੀ ਸਾਡਾ ਦੁਸ਼ਮਣ ਨਾ ਬਣੇ। ਕਿਉਂਕਿ ਭਲਕ ਨੂੰ ਜੇ ਕਿਤੇ ਐਸੀ ਸਥਿਤੀ ਪੈਦਾ ਹੁੰਦੀ ਹੈ ਕਿ ਰੂਸ, ਚਾਈਨਾ, ਪਾਕਿਸਤਾਨ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ, ਤਾਂ ਉਸ ਸਥਿਤੀ ਦੇ ਵਿੱਚ ਫਿਰ ਭਾਰਤ ਕਿਤੇ ਜੰਗ ਦਾ ਅਖਾੜਾ ਨਾ ਬਣ ਜਾਵੇ। ਕਿਉਂਕਿ ਅਗਲੇ ਤਾਂ ਚਾਹੁੰਦੇ ਹੁੰਦੇ ਆ ਕਿ ਭਾਈ ਸਾਨੂੰ ਅੱਡੇ ਉੱਡੇ ਆਪਣੇ ਵਰਤਣ ਨੂੰ ਦਿਓ, ਤੇ ਚੀਨ ਦੇ ਨੇੜੇ ਭਾਰਤ ਤੋਂ ਚੰਗੀ ਥਾਂ ਤਾਂ ਫਿਰ ਅਮਰੀਕਾ ਦੇ ਕੋਲੇ ਕੋਈ ਨਹੀਂ ਹੋਣੀ। ਸਾਨੂੰ ਬਹੁਤ ਸੋਚ ਸਮਝ ਕੇ, ਬੜੇ ਚੰਗੇ ਤਰੀਕੇ ਵਿਚਾਰ ਕੇ ਚੱਲਣਾ ਪਊਗਾ। ਬਹੁਤੀ ਵਾਰੀ ਅਖਬਾਰ ਦੇ ਉੱਤੇ ਜਾਂ ਟੀਵੀ ਤੇ ਖਬਰ ਆਉਂਦੀ ਹੁੰਦੀ ਹੈ ਸੰਯੁਕਤ ਰਾਸ਼ਟਰ ਦੇ ਵਿੱਚ ਇਸ ਦੇਸ਼ ਦੇ ਖਿਲਾਫ ਇਹਨੇ ਮਤਾ ਲਿਆਂਦਾ, ਸਾਡੇ ਉਹ ਇੰਟਰਸਟ ਦੇ ਕੇਂਦਰ ਨਹੀਂ ਹੁੰਦੀ, ਪਰ ਉਹ ਭਾਰਤ ਦੇ ਹਿੱਤਾਂ ਦੇ ਲਈ ਇਸ ਵੇਲੇ ਬਹੁਤ ਜ਼ਰੂਰੀ ਹੋਏਗੀ। ਭਾਰਤ ਬਹੁਤ ਸੰਵੇਦਨਸ਼ੀਲ ਥਾਂ ਦੇ ਉੱਤੇ ਇਸ ਵੇਲੇ ਇਸ ਦੋ ਦੇਸ਼ਾਂ ਦੀ ਲੜਾਈ ਦੇ ਵਿੱਚ ਫਸਿਆ ਪਿਆ ਹੈ। ਦੂਸਰਾ, ਹੁਣ ਇਹਦੇ ਤੋਂ ਇਲਾਵਾ ਕਹਾਣੀ ਕਿੱਥੇ ਖੜੀ ਹੈ? ਕਹਾਣੀ ਇੱਥੇ ਵੀ ਆ ਕੇ ਖੜੀ ਹੈ ਕਿ ਇੱਕ ਪਾਸੇ ਭਾਰਤ ਦੀ ਸਥਿਤੀ ਕੀ ਹੋਏਗੀ, ਦੂਸਰੇ ਪਾਸੇ ਜੇ ਨੈਟੋ ਫੌਜਾਂ ਹੁਣ ਨਹੀਂ ਜਾਂਦੀਆਂ, ਅਸੀਂ ਪਹਿਲੇ ਨਕਸ਼ੇ ਦੇ ਉੱਤੇ ਦੁਬਾਰਾ ਆਉਨੇ ਆ ਜਿਹੜਾ ਯੂਕਰੇਨ ਤੇ ਰਸ਼ੀਆ ਵਾਲਾ ਨਕਸ਼ਾ ਹੈ। ਜੇ ਨੈਟੋ ਫੌਜਾਂ ਨਹੀਂ ਆਉਂਦੀਆਂ, ਜੇ ਰਸ਼ੀਆ ਤੁਸੀਂ ਦੇਖੋ ਕਿ ਯੂਕਰੇਨ ਦੇ ਉੱਤੇ ਕਬਜ਼ਾ ਕਰ ਲੈਂਦਾ, ਜਿਹਦੀ ਕਿ ਬਹੁਤੀ ਸੰਭਾਵਨਾ ਕਿ ਉਹ ਕਰ ਲੂਗਾ, ਉਹਦੇ ਤੋਂ ਬਾਅਦ ਫਿਰ ਰੂਸ ਦਾ ਬਾਰਡਰ ਹੰਗਰੀ, ਰੋਮਾਨੀਆ, ਸਲੋਵਾਕੀਆ ਤੇ ਪੋਲੈਂਡ ਦੇ ਨਾਲ ਲੱਗੂ। ਫਿਰ ਜਰਮਨੀ ਤੇ ਰਸ਼ੀਆ ਦੇ ਵਿਚਾਲੇ ਸਿਰਫ ਪੋਲੈਂਡ ਹੋਏਗਾ। ਫਿਰ ਆਸਟਰੀਆ ਤੇ ਰਸ਼ੀਆ ਦੇ ਵਿਚਾਲੇ ਸਿਰਫ ਸਲੋਵਾਕ ਤੇ ਹੰਗਰੀ ਹੋਏਗਾ। ਫਿਰ ਸਰਬੀਆ ਤੇ ਰਸ਼ੀਆ ਦੇ ਵਿਚਾਲੇ ਸਿਰਫ ਰੋਮਾਨੀਆ ਹੋਏਗਾ। ਜਾਣੀ ਕਿ ਫਰਾਂਸ, ਬੈਲਜੀਅਮ, ਨੀਦਰਲੈਂਡ, ਇੰਗਲੈਂਡ ਤੇ ਰਸ਼ੀਆ ਦੇ ਵਿਚਾਲੇ ਫਿਰ ਬਹੁਤਾ ਜ਼ਿਆਦਾ ਫਾਸਲਾ ਨਹੀਂ ਹੋਣਾ। ਦੁਨੀਆ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਸਿਸਟਮ ਆ ਰਿਹਾ। ਜਦੋਂ 1991 ਦੇ ਵਿੱਚ USSR ਜਾਣੀ ਕਿ ਸੋਵੀਅਤ ਸੰਘ, ਜਿਹੜਾ ਰਸ਼ੀਆ ਦਾ ਪੁਰਾਣਾ ਨਾਮ ਹੁੰਦਾ ਸੀ, ਉਹ ਜਦੋਂ ਤਬਾਹ ਹੋਇਆ ਹੈ, ਜਦੋਂ ਖਿਲ ਰਿਹਾ, ਉਦੋਂ ਅਮਰੀਕਾ ਇੱਕ ਵੱਡੀ ਸ਼ਕਤੀ ਬਣ ਗਿਆ ਸੀ। ਅੱਜ ਜਦੋਂ ਚੀਨ ਨੇ ਤਰੱਕੀ ਕੀਤੀ ਹੈ ਤੇ ਦੁਬਾਰਾ ਰੂਸ ਤੇ ਚੀਨ ਇਕਜੁੱਟ ਹੋਏ ਆ, ਉਹ ਹੁਣ ਮੁਕਾਬਲੇ ਦੇ ਵਿੱਚ ਉਸ ਦੁਨੀਆ ਦੀ ਮਹਾਸ਼ਕਤੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਨੇ। ਜੇ ਰੂਸ ਤੇ ਚੀਨ ਦਾ ਹਾਲ ਦੀ ਘੜੀ ਗੱਠਜੋੜ ਕਾਇਮ ਰਿਹਾ, ਯੂਕਰੇਨ ਦੇ ਉੱਤੇ ਜੇ ਰੂਸ ਦਾ ਕਬਜ਼ਾ ਹੋ ਗਿਆ, ਤਾਂ ਯੂਰਪ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਦਲਵੀਆਂ ਪਰਿਸਥਿਤੀਆਂ ਦੇ ਵਿੱਚ ਜਾਊਗਾ। ਯੂਰਪ ਦੇ ਦੇਸ਼ ਵੀ ਸਿੱਧੇ ਤੌਰ ਤੇ ਦੋ ਹਿੱਸਿਆਂ 'ਚ ਵੰਡੇ ਹੋਏ ਆ। ਜਰਮਨੀ ਤੇ ਫਰਾਂਸ ਉਹ ਬਿਲਕੁਲ ਵੀ ਇਸ ਖਿੱਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸੰਕਟ ਨਹੀਂ ਚਾਹੁੰਦੇ। ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇਸ਼ਾਂ ਦੇ ਜਿਹੜੇ ਮੁਖੀ ਨੇ
ਉਹਨਾਂ ਦੇ ਵਿੱਚੋਂ ਆਸਟ੍ਰੇਲੀਆ ਵਾਲੇ ਤਾਂ, ਫਰਾਂਸ ਵਾਲੇ ਤਾਂ ਗੱਲਬਾਤ ਵੀ ਕਰ ਰਹੇ ਨੇ ਰਸ਼ੀਆ ਵਾਲਿਆਂ ਦੇ ਨਾਲ, ਪਰ ਕੁਝ ਯੂਕੇ ਵਰਗੇ ਮੁਲਕ ਨੇ ਜਿਹੜੇ ਕਿ ਥੋੜੇ ਜਿਹਾ ਤੱਤੇ ਅਜੇ ਤੱਕ ਚੱਲ ਰਹੇ ਆ। ਸੋ ਆਉਣ ਵਾਲੇ 1-2 ਦਿਨ ਬੇਹੱਦ ਇੰਪੋਰਟੈਂਟ ਹੋਣਗੇ। ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਟਿੱਪਣੀਆਂ ਆ ਰਹੀਆਂ, ਹੋ ਸਕਦਾ ਕਿ ਕਿਤੇ ਕਿਤੇ ਇੰਟਰਨੈਟ ਦੀ ਤੁਹਾਡੇ ਇਧਰਲੇ ਪਾਸੇ ਖਰਾਬੀ ਚੱਲਦੀ ਹੋਵੇ, ਪਰ ਫਿਰ ਵੀ ਸੁੱਖ ਮੰਗਣੀ ਚਾਹੀਦੀ ਹੈ, ਅਰਦਾਸ ਕਰਨੀ ਚਾਹੀਦੀ ਹੈ ਜਿਹੜੇ ਉੱਥੇ ਵੱਖ-ਵੱਖ ਦੇਸ਼ਾਂ ਦੇ ਲੋਕ ਫਸੇ ਹੋਏ ਨੇ। ਤੇ ਸਭ ਤੋਂ ਵੱਡੀ ਗੱਲ, ਯੂਕਰੇਨ ਦੇ ਸਧਾਰਨ ਲੋਕ ਜਿਹੜੇ ਦੁਕਾਨਾਂ ਕਰਦੇ ਆ, ਫੈਕਟਰੀਆਂ 'ਚ ਕੰਮ ਕਰਦੇ ਆ, ਜਿਨ੍ਹਾਂ ਮਸਾਂ ਘਰ ਬਣਾਏ ਆ, ਤਸਵੀਰਾਂ ਅਸੀਂ ਇੱਕ ਵਾਰੀ ਫਿਰ ਤਬਾਹੀ ਦੀਆਂ ਦਿਖਾ ਦਿੰਨੇ ਆ ਕਿ ਹਾਲਾਤ ਆ ਨੇ। ਸਾਨੂੰ ਚੇਤਾ ਭੁੱਲ ਜਾਣਾ, ਸਾਨੂੰ ਕਿਸੇ ਨੂੰ ਚੇਤਾ ਕਿ ਅਫਗਾਨਿਸਤਾਨ ਦੇ ਲੋਕਾਂ ਦੇ ਅੱਜ ਹਾਲਾਤ ਕੀ ਨੇ। ਜਦੋਂ ਅਮਰੀਕਾ ਵਾਲਿਆਂ ਨੇ ਆਪਣੀ ਫੌਜ ਵਾਪਸ ਕੱਢੀ ਸੀ, ਪਹਿਲਾਂ ਇੱਧਰ ਰਸ਼ੀਆ ਵਾਲੇ ਵੀ ਫੌਜ ਉੱਥੋਂ ਅਫਗਾਨਿਸਤਾਨ 'ਚੋਂ ਵਾਪਸ ਲੈ ਗਏ ਸੀ। ਸਾਨੂੰ ਅੱਜ ਚੇਤਾ ਹੈ ਕਿ ਉੱਥੋਂ ਦੇ ਲੋਕਾਂ ਨੂੰ ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ। ਸਾਨੂੰ ਅੱਜ ਚੇਤਾ ਹੈ ਕਿ ਅਫਗਾਨਿਸਤਾਨ ਦੇ ਬੱਚਿਆਂ ਨੂੰ ਦਵਾਈ ਮਿਲਦੀ ਹੈ ਕਿ ਨਹੀਂ ਮਿਲਦੀ। ਸਾਨੂੰ ਅੱਜ ਚੇਤਾ ਹੈ ਕਿ ਕੀ ਕੋਵਿਡ ਦੇ ਇੰਜੈਕਸ਼ਨ ਉਹਨਾਂ ਦੇ ਲੱਗੇ ਆ ਕਿ ਨਹੀਂ ਲੱਗੇ। ਚੇਤਾ ਭੁੱਲ ਜਾਂਦਾ ਸਾਨੂੰ। ਅੱਜ 4 ਦਿਨ ਵੀ ਹੋਰ ਲੜਾਈ ਚੱਲ ਗਈ ਨਾ ਯੂਕਰੇਨ ਦੇ ਵਿੱਚ ਸੜਕਾਂ ਬਚਣੀਆਂ, ਨਾ ਫੈਕਟਰੀਆਂ ਬਚਣੀਆਂ, ਨਾ ਸਕੂਲ ਬਚਣੇ ਆ, ਨਾ 에ਅਰਪੋਰਟ ਬਚਣੇ ਆ। ਇਹਨੂੰ 50 ਸਾਲ ਲੱਗ ਜਾਣੇ ਦੇਸ਼ ਨੂੰ ਮੁੜ ਕੇ ਤਾਂ ਉੱਠਦੇ ਨੂੰ। ਤੇ ਇੱਕ ਗੱਲ ਹੋਰ, ਜਦੋਂ ਕੋਈ ਦੇਸ਼ ਤਬਾਹ ਹੋ ਜਾਂਦਾ ਨਾ, ਆ ਹਾਲਾਤ ਨੇ ਯੂਕਰੇਨ ਦੇ, ਉਹਦੇ ਤੋਂ ਬਾਅਦ ਉਹਦਾ ਇੱਕ ਵੱਖਰੇ ਤਰ੍ਹਾਂ ਦਾ ਸ਼ੋਸ਼ਣ ਚੱਲ ਪੈਂਦਾ। ਵੱਖ-ਵੱਖ ਮੁਲਕ ਆਉਣਗੇ, ਅਸੀਂ ਜੀ ਇੱਥੇ ਦਾ ਢਾਂਚਾ ਬਣਾਵਾਂਗੇ, ਅਸੀਂ ਜੀ ਇੱਥੇ ਚੰਗੇ ਤਰੀਕੇ ਨਾਲ ਕੰਮ ਕਰਾਂਗੇ। ਕੋਈ ਕਹੂ ਜੀ ਅਸੀਂ ਬੰਦਰਗਾਹ ਬਣਾਵਾਂਗੇ, ਕੋਈ ਕਹੂ ਜੀ ਅਸੀਂ ਸੜਕਾਂ ਬਣਾਵਾਂਗੇ, ਕੋਈ ਕਹੂ ਜੀ ਇੱਥੇ ਸਕੂਲ ਬਣਾਵਾਂਗੇ। ਉਹ ਮੁੱਢਲਾ ਢਾਂਚਾ ਤਾਂ ਬਣਾਉਂਦੇ ਆ, ਪਰ ਬਣਾਉਂਦੇ ਉਸ ਦੇਸ਼ ਦਾ ਸ਼ੋਸ਼ਣ ਕਰਨ ਨੂੰ ਹੀ ਆ ਕਿ ਉੱਥੇ ਜਾਓ ਭਾਈ, ਉਹਨੂੰ ਆਪਣੇ ਹਿੱਤਾਂ ਦੇ ਲਈ ਵਰਤੋ, ਉੱਥੋਂ ਦੇ ਕੁਦਰਤੀ ਸਾਧਨਾਂ ਦੀ ਵਰਤੋਂ ਕਰੋ। ਕੋਈ ਮੁਲਕ ਹੋਵੇ, ਲੈਣਾ ਉਹਨਾਂ ਨੇ ਆਪਣਾ ਫਾਇਦਾ ਹੀ ਹੁੰਦਾ ਹੈ। ਇਸ ਕਰਕੇ ਆਮ ਲੋਕ ਇਸ ਵੇਲੇ ਸੰਕਟ ਦੇ ਵਿੱਚ ਨੇ ਤੇ ਉਹਨਾਂ ਨੂੰ ਸੰਕਟ ਚੋਂ ਬਾਹਰ ਕੱਢਣ ਦੇ ਲਈ ਸ਼ਾਂਤੀ ਦੀਆਂ ਅਰਦਾਸਾਂ ਤੇ ਵੱਧ ਤੋਂ ਵੱਧ ਪ੍ਰੈਸ਼ਰ ਹਰ ਇੱਕ ਮੁਲਕ ਦੇ ਉੱਤੇ ਪੈਣਾ ਚਾਹੀਦਾ। ਤੇ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਆਪਣੇ ਤੌਰ ਦੇ ਉੱਤੇ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਿਤੇ ਸੇਕ ਸਾਨੂੰ ਨਾ ਆ ਜਾਵੇ। ਬਹੁਤ ਸਾਰੇ ਲੋਕ ਕਹਿੰਦੇ ਨਹੀਂ ਜੀ ਉਹਨੇ ਖਤਮ ਹੋ ਜਾਣਾ। ਤੁਸੀਂ ਸਥਿਤੀ ਦੇਖੋ, 5 ਦਿਨ ਪਹਿਲਾਂ ਤੱਕ ਬਹੁਤ ਸਾਰੇ ਲੋਕ ਕਹਿੰਦੇ ਸੀ ਲੜਾਈ ਨਹੀਂ ਲੱਗ ਸਕਦੀ, ਲੱਗ ਗਈ। ਫਿਰ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਸੇ ਦੇਸ਼ ਨੇ ਮਦਦ ਤੇ ਨਹੀਂ ਆਉਣਾ। ਅੱਜ ਸਾਰੇ ਕਹਿੰਦੇ ਜੀ ਵੱਡੀ ਜੰਗ ਨਹੀਂ ਲੱਗ ਸਕਦੀ, ਜੇ ਛੋਟੀ ਲੱਗ ਗਈ ਵੱਡੀ ਵੀ ਲੱਗ ਹੀ ਸਕਦੀ ਹੈ। 2 ਵਿਸ਼ਵ ਯੁੱਧ ਜਦੋਂ ਲੱਗੇ ਆ, ਕਿਸੇ ਨੂੰ ਆਸ ਸੀ ਕਿ ਏਡੀ ਵੱਡੀ ਤਬਾਹੀ ਹੋਊਗੀ। ਸੋ ਦੁਨੀਆ ਨੂੰ ਬਚਾਉਣ ਦੇ ਲਈ ਥੋੜਾ ਜਿਹਾ ਅਗਲੇ ਪਾਸੇ ਨੂੰ ਆਈਏ ਜ਼ਰੂਰ।